ਸਤਿ ਸ੍ਰੀ ਅਕਾਲ। ਮੇਰਾ ਨਾਮ ਅੰਮ੍ਰਿਤਪਾਲ ਹੈ। ਰਿਚ ਡੈਡ ਪੂਅਰ ਡੈਡ ਨੂੰ ਆਲ ਟਾਈਮ ਬੈਸਟ ਪਰਸਨਲ ਫਾਈਨੈਂਸ ਬੁੱਕ ਮੰਨਿਆ ਜਾਂਦਾ ਹੈ। ਇਸ ਕਿਤਾਬ ਦੀਆਂ 5 ਕਰੋੜ ਤੋਂ ਵੀ ਜ਼ਿਆਦਾ ਕਿਤਾਬਾਂ ਵਿਕ ਚੁੱਕੀਆਂ ਹਨ। ਇਸ ਕਿਤਾਬ ਵਿੱਚ ਰੋਬਰਟ ਕਿਓਸਾਕੀ ਨੇ ਉਹ ਸੋਚ ਅਤੇ ਵਿਚਾਰਾਂ ਨੂੰ ਸਮਝਾਇਆ ਹੈ ਜੋ ਗਰੀਬ ਨੂੰ ਗਰੀਬ ਅਤੇ ਅਮੀਰ ਨੂੰ ਅਮੀਰ ਬਣਾਉਂਦੀ ਹੈ। ਰੋਬਰਟ ਕਿਓਸਾਕੀ ਕਹਿੰਦਾ ਹੈ ਕਿ ਉਹਦੇ 2 ਪਿਓ ਨੇ, ਇੱਕ ਅਮੀਰ ਅਤੇ ਇੱਕ ਗਰੀਬ। ਰੋਬਰਟ ਦਾ ਅਸਲੀ ਪਿਓ ਬਹੁਤ ਹੁਸ਼ਿਆਰ ਸੀ। ਉਹਨੇ PhD ਕੀਤੀ ਹੋਈ ਸੀ ਅਤੇ ਇੱਕ ਬਹੁਤ ਹੀ ਚੰਗੀ ਨੌਕਰੀ ਕਰ ਰਿਹਾ ਸੀ। ਪਰ ਜਦੋਂ ਉਹਦੀ ਡੈਥ ਹੋਈ ਤਾਂ ਉਹ ਮਗਰ ਸਿਰਫ ਬਿੱਲ ਅਤੇ ਕਰਜ਼ਾ ਛੱਡ ਕੇ ਗਿਆ। ਦੂਜੇ ਪਾਸੇ ਮਾਈਕ ਦਾ ਪਿਓ, ਜਿਹਨੂੰ ਰੋਬਰਟ ਆਪਦਾ ਰਿਚ ਡੈਡ ਅਤੇ ਫਾਈਨੈਂਸ਼ੀਅਲ ਮੈਂਟਰ ਕਹਿੰਦੇ ਹਨ, ਉਹਨਾਂ ਦੀ ਜਦੋਂ ਡੈਥ ਹੋਈ ਤਾਂ ਆਪਦੀ ਫੈਮਿਲੀ ਲਈ ਕਰੋੜਾਂ ਦੀ ਜਾਇਦਾਦ ਛੱਡ ਕੇ ਗਏ। ਰੋਬਰਟ ਨੇ ਆਪਦੇ ਦੋਵੇਂ ਪਿਓ ਦੀ ਸਟਰਗਲ ਵੇਖੀ ਹੋਈ ਸੀ। ਉਹਦਾ ਰਿਚ ਡੈਡ ਸ਼ੁਰੂ ਤੋਂ ਰਿਚ ਨਹੀਂ ਸੀ, ਪਰ ਬਾਅਦ ਵਿੱਚ ਹਵਾਈ ਦਾ ਸਭ ਤੋਂ ਅਮੀਰ ਬੰਦਾ ਬਣਿਆ। ਉਹਦੇ ਦੋਵਾਂ ਪਿਓਾਂ ਦੇ ਨਜ਼ਰੀਏ ਵਿੱਚ ਬਹੁਤ ਫਰਕ ਸੀ। ਇੱਕ ਦਿਨ ਰੋਬਰਟ ਨੇ ਆਪਦੇ ਗਰੀਬ ਪਿਓ ਤੋਂ ਪੁੱਛਿਆ ਕਿ ਪਾਪਾ, ਮੈਂ ਅਮੀਰ ਕਿਵੇਂ ਬਣ ਸਕਦਾ ਹਾਂ। ਕਿਉਂਕਿ ਉਹਦਾ ਪਿਓ ਖੁਦ ਅਮੀਰ ਨਹੀਂ ਸੀ ਤਾਂ ਉਹਨੇ ਕਿਹਾ ਕਿ ਆਪਦੇ ਦਿਮਾਗ ਵਰਤ, ਸਕੂਲ ਜਾ, ਚੰਗੇ ਨੰਬਰ ਲੈ ਅਤੇ ਇੱਕ ਚੰਗੀ ਨੌਕਰੀ ਕਰ। ਜਦ ਵੀ ਰੋਬਰਟ ਕਿਸੇ ਮਹਿੰਗੀ ਚੀਜ਼ ਦੀ ਗੱਲ ਕਰਦਾ ਤਾਂ ਉਹਦਾ ਪਿਓ ਕਹਿੰਦਾ ਕਿ ਆਪਾਂ ਇਹ ਨਹੀਂ ਲੈ ਸਕਦੇ, ਆਪਣੇ ਕੋਲ ਇੰਨੇ ਪੈਸੇ ਨਹੀਂ। ਅਤੇ ਉਹਦਾ ਅਮੀਰ ਪਿਓ ਕਹਿੰਦਾ ਕਿ ਕਦੇ ਵੀ ਨਾ ਕਹੋ ਕਿ ਮੈਂ ਆਹ ਚੀਜ਼ ਨਹੀਂ ਲੈ ਸਕਦਾ, ਬਲਕਿ ਆਪਦੇ ਆਪ ਨੂੰ ਪੁੱਛੋ ਕਿ ਮੈਂ ਇਹਨੂੰ ਕਿੱਦਾਂ ਲੈ ਸਕਦਾ। ਕਿਉਂਕਿ ਉਹਦਾ ਮੰਨਣਾ ਸੀ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਆਪਾਂ ਆਹ ਚੀਜ਼ ਨਹੀਂ ਲੈ ਸਕਦੇ ਤਾਂ ਆਪਣਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਪਰ ਜਦੋਂ ਆਪਾਂ ਕਹਿੰਦੇ ਹਾਂ ਕਿ ਆਪਾਂ ਇਸ ਨੂੰ ਕਿੱਦਾਂ ਹਾਸਿਲ ਕਰ ਸਕਦੇ ਹਾਂ ਤਾਂ ਆਪਣਾ ਦਿਮਾਗ ਵਾਪਸ ਕੰਮ ਕਰਨ ਲੱਗ ਜਾਂਦਾ ਹੈ। ਉਹਦਾ ਇੱਕ ਪਿਓ ਕਹਿੰਦਾ ਸੀ ਕਿ ਕਦੇ ਵੀ ਰਿਸਕ ਨਾ ਲਓ ਅਤੇ ਦੂਜਾ ਕਹਿੰਦਾ ਸੀ ਰਿਸਕ ਨੂੰ ਮੈਨੇਜ ਕਰਨਾ ਸਿੱਖੋ। ਇੱਕ ਕਹਿੰਦਾ ਸੀ ਕਿ ਪੜ੍ਹਾਈ ਕਰਕੇ ਚੰਗੀ ਨੌਕਰੀ ਕਰ ਅਤੇ ਦੂਜਾ ਕਹਿੰਦਾ ਸੀ ਕਿ ਪੜ੍ਹਾਈ ਕਰ ਅਤੇ ਪੈਸੇ ਨੂੰ ਸਮਝ ਤਾਂ ਕਿ ਤੂੰ ਦੂਜਿਆਂ ਨੂੰ ਨੌਕਰੀ ਦੇ ਸਕੇ। ਆਖਿਰ ਉਹਨੇ ਰੋਬਰਟ ਨੂੰ ਅਜਿਹਾ ਕੀ ਸਿਖਾਇਆ ਜਿਹਨੇ ਉਹਨੂੰ ਅਮੀਰ ਬਣਾ ਦਿੱਤਾ, ਅਤੇ ਅਜਿਹਾ ਕੀ ਹੈ ਜੋ ਅਮੀਰ ਆਪਦੇ ਬੱਚਿਆਂ ਨੂੰ ਸਿਖਾਉਂਦੇ ਹਨ। ਇਸ ਕਿਤਾਬ ਅੰਦਰ ਰੋਬਰਟ ਨੇ ਆਪਣੇ ਨਾਲ 6 ਅਜਿਹੇ ਲੈਸਨ ਸ਼ੇਅਰ ਕੀਤੇ ਨੇ ਜਿਹੜੇ ਕਿ ਉਹਨੇ ਆਪਦੇ ਰਿਚ ਡੈਡ ਤੋਂ ਸਿੱਖੇ ਨੇ। ਪਹਿਲਾ ਲੈਸਨ ਆਹ ਸੀ ਕਿ ਅਮੀਰ ਪੈਸੇ ਲਈ ਕੰਮ ਨਹੀਂ ਕਰਦੇ, ਬਲਕਿ ਪੈਸਾ ਉਹਨਾਂ ਲਈ ਕੰਮ ਕਰਦਾ ਹੈ। ਬਹੁਤੇ ਲੋਕ ਸੇਫ ਖੇਡਣਾ ਪਸੰਦ ਕਰਦੇ ਆ। ਬਹੁਤੀ ਦੁਨੀਆ 2 ਇਮੋਸ਼ਨ 'ਤੇ ਕੰਮ ਕਰ ਰਹੀ ਹੈ, ਡਰ ਅਤੇ ਲਾਲਚ, ਜਿਹੜਾ ਉਹਨਾਂ ਨੂੰ ਇੱਕ ਪੈਟਰਨ ਵੱਲ ਲੈ ਕੇ ਜਾਂਦਾ ਹੈ। ਸਵੇਰੇ ਉੱਠੋ, ਕੰਮ 'ਤੇ ਜਾਓ ਅਤੇ ਬਿੱਲ ਭਰੋ। ਸਵੇਰੇ ਉੱਠੋ, ਕੰਮ 'ਤੇ ਜਾਓ ਅਤੇ ਬਿੱਲ ਭਰੋ। ਡਰ ਉਹਨਾਂ ਨੂੰ ਇੱਕ ਜਾਲ 'ਚ ਫਸਾ ਦਿੰਦਾ ਹੈ ਕਿ ਪੈਸੇ ਕਮਾਓ, ਕੰਮ ਕਰੋ, ਪੈਸੇ ਕਮਾਓ, ਕੰਮ ਕਰੋ ਅਤੇ ਉਮੀਦ ਕਰੋ ਕਿ ਇੱਕ ਦਿਨ ਪੈਸਾ ਨਾ ਹੋਣ ਦਾ ਡਰ ਚਲਾ ਜਾਵੇਗਾ। ਡਰ ਨਾਲ ਲੜਨ ਦੀ ਜਗ੍ਹਾ ਆਪਾਂ ਹੋਰ ਡਰਦੇ ਰਹਿੰਦੇ ਹਾਂ। ਦੂਜਾ ਇਮੋਸ਼ਨ ਲਾਲਚ, ਜਿਹਨੂੰ ਆਪਾਂ ਗਰੀਡ ਅਤੇ ਡਿਜ਼ਾਇਰ ਵੀ ਕਹਿ ਦਿੰਦੇ ਹਾਂ। ਇਹ ਦੂਜਾ ਕਾਰਨ ਹੈ ਕਿ ਲੋਕ ਕੰਮ ਕਰਦੇ ਰਹਿੰਦੇ ਨੇ ਪੈਸੇ ਲਈ। ਉਹਨਾਂ ਨੂੰ ਪੈਸਾ ਚਾਹੀਦਾ ਹੈ ਤਾਂ ਕਿ ਉਹ ਆਪਦੀ ਜ਼ਿੰਦਗੀ ਨੂੰ ਹੋਰ ਸੁਖਦਾਈ ਬਣਾ ਸਕਣ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਪਰ ਅਸਲੀਅਤ 'ਚ ਇਹ ਸ਼ਾਰਟ ਟਰਮ ਹੁੰਦਾ ਹੈ, ਕਿਉਂਕਿ ਜਲਦੀ ਤੁਹਾਨੂੰ ਹੋਰ ਪੈਸਾ ਚਾਹੀਦਾ ਹੋਵੇਗਾ ਆਪਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ। ਇਹ ਡਰ ਅਤੇ ਲਾਲਚ ਹੀ ਹੈ ਜਿਹਦੇ ਕਰਕੇ ਬਹੁਤੇ ਲੋਕ ਸਕੂਲ ਜਾਂਦੇ ਹਨ ਤਾਂ ਕਿ ਉਹਨਾਂ ਨੂੰ ਵੱਡੀ ਨੌਕਰੀ ਅਤੇ ਜ਼ਿਆਦਾ ਪੈਸੇ ਮਿਲ ਸਕਣ। ਮੈਂ ਇਹ ਨਹੀਂ ਕਹਿੰਦਾ ਕਿ ਸਕੂਲ ਜਾਂ ਕਾਲਜ ਮਾੜਾ ਹੈ, ਪਰ ਇਸ ਡਰ ਨੂੰ ਜਿੱਤਣ ਲਈ ਤੁਹਾਨੂੰ ਪੈਸੇ ਨੂੰ ਸਮਝਣਾ ਜ਼ਰੂਰੀ ਹੈ। ਜੇ ਤੁਸੀਂ ਪੈਸੇ ਨੂੰ ਨਹੀਂ ਸਮਝੋਗੇ ਤਾਂ ਸਾਰੀ ਜ਼ਿੰਦਗੀ ਤੁਸੀਂ ਪੈਸੇ ਦੇ ਗੁਲਾਮ ਬਣ ਕੇ ਰਹਿ ਜਾਓਗੇ, ਅਤੇ ਜੇ ਇਹਨੂੰ ਨਜ਼ਰਅੰਦਾਜ਼ ਕਰੋਗੇ ਤਾਂ ਇਹ ਤੁਹਾਡੇ ਅੰਦਰ ਬਹੁਤ ਸਾਰਾ ਡਰ ਅਤੇ ਲਾਲਚ ਪੈਦਾ ਕਰੇਗੀ, ਜਿਹੜੀ ਕਿ ਤੁਹਾਨੂੰ ਜ਼ਿੰਦਗੀ ਦੇ ਇੱਕ ਵੱਡੇ ਦਲਦਲ 'ਚ ਧਕੇਲ ਦੇਵੇਗੀ, ਜੋ ਕਿ ਹੈ ਹਮੇਸ਼ਾ ਕੰਮ ਕਰਦੇ ਰਹੋ। ਰੋਬਰਟ ਦਾ ਅਮੀਰ ਪਿਓ ਕਹਿੰਦਾ ਹੈ ਕਿ ਜਜ਼ਬਾਤਾਂ ਨੂੰ ਸੋਚਣ ਲਈ ਵਰਤੋ, ਨਾ ਕਿ ਜਜ਼ਬਾਤੀ ਹੋ ਕੇ ਸੋਚੋ। ਜਜ਼ਬਾਤੀ ਹੋ ਕੇ ਸੋਚਣ ਦਾ ਮਤਲਬ ਹੈ ਮੈਨੂੰ ਇੱਕ ਨਵੀਂ ਨੌਕਰੀ ਚਾਹੀਦੀ ਹੈ, ਮੇਰੀ ਤਨਖਾਹ ਵਧਣੀ ਚਾਹੀਦੀ ਹੈ, ਮੈਨੂੰ ਆਹ ਨੌਕਰੀ ਤਾਂ ਚਾਹੀਦੀ ਹੈ ਕਿਉਂਕਿ ਇਹ ਸਿਕਿਉਰ ਹੈ। ਇਸ ਦੇ ਉਲਟ ਇਹ ਸੋਚਣ ਦੀ ਜਗ੍ਹਾ ਕਿ ਮੈਂ ਕੁਛ ਮਿਸ ਤਾਂ ਨਹੀਂ ਕਰ ਰਿਹਾ, ਮੈਂ ਹੋਰ ਕੀ ਬਿਹਤਰ ਕਰ ਸਕਦਾ।
ਆਹੀ ਆਪਣੀ ਜ਼ਿੰਦਗੀ ਦਾ ਕੋੜਾ ਸੱਚ ਹੈ। ਬਹੁਤੇ ਲੋਕਾਂ ਲਈ ਉਹਨਾਂ ਦਾ ਕੰਮ ਹੀ ਉਹਨਾਂ ਦੀ ਕਮਾਈ ਹੈ ਤੇ ਅਮੀਰਾਂ ਲਈ ਉਹਨਾਂ ਦੀ ਪੂੰਜੀ, ਉਹਨਾਂ ਦੀ ਐਸੈਟਸ। ਦੂਜਾ ਲੈਸਨ ਜੋ ਰੋਬਰਟ ਨੇ ਆਪਦੇ ਅਮੀਰ ਪਿਓ ਤੋਂ ਸਿੱਖਿਆ ਸੀ ਉਹ ਹੈ ਫਾਈਨੈਂਸ਼ੀਅਲ ਲਿਟਰੇਸੀ। ਕੀ ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਲੋਕਾਂ ਦੀ ਕਰੋੜਾਂ ਦੀ ਲੋਟਰੀ ਲੱਗਦੀ ਹੈ ਉਹ ਕੁਝ ਸਾਲਾਂ ਬਾਅਦ ਵਾਪਸ ਗਰੀਬ ਹੋ ਜਾਂਦੇ ਨੇ। ਫੇਮਸ ਖਿਡਾਰੀ ਜੋ ਜਵਾਨੀ 'ਚ ਕਰੋੜਾਂ ਕਮਾਉਂਦੇ ਨੇ ਤੇ ਉਹ ਰਿਟਾਇਰਮੈਂਟ ਤੋਂ ਬਾਅਦ ਕੰਗਾਲ ਹੋ ਜਾਂਦੇ ਨੇ। ਇਹਦਾ ਕਾਰਨ ਹੈ ਫਾਈਨੈਂਸ਼ੀਅਲ ਲਿਟਰੇਸੀ। ਅਜਿਹਾ ਕੀ ਹੈ ਜੋ ਅਮੀਰ ਲੋਕ ਆਪਦੇ ਬੱਚਿਆਂ ਨੂੰ ਸਿਖਾਉਂਦੇ ਹਨ ਪਰ ਗਰੀਬ ਨਹੀਂ। ਰੋਬਰਟ ਦਾ ਮੰਨਣਾ ਹੈ ਕਿ ਸਿਰਫ ਇੱਕ ਰੂਲ ਤੁਹਾਨੂੰ ਸਟਰੋਂਗ ਫਾਈਨੈਂਸ਼ੀਅਲ ਲਿਟਰੇਸੀ ਬਿਲਡ ਕਰਨ 'ਚ ਹੈਲਪ ਕਰ ਸਕਦਾ ਹੈ। ਉਹ ਹੈ ਕਿ ਤੁਹਾਨੂੰ ਆਪਦੀਆਂ ਐਸੈਟਸ ਤੇ ਲਾਇਬਿਲਿਟੀ 'ਚ ਫਰਕ ਪਤਾ ਹੋਣਾ ਚਾਹੀਦਾ ਹੈ ਤੇ ਤੁਸੀਂ ਐਸੈਟਸ ਬਣਾਉਣੀਆਂ ਨੇ। ਇਹ ਇੱਕ ਲੈਸਨ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ। ਅਮੀਰ ਲੋਕ ਐਸੈਟਸ ਬਣਾਉਂਦੇ ਨੇ ਤੇ ਗਰੀਬ ਲੋਕ ਲਾਇਬਿਲਿਟੀਜ਼, ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਐਸੈਟਸ ਬਣਾ ਰਹੇ ਨੇ। ਬਹੁਤ ਲੋਕਾਂ ਨੂੰ ਤਾਂ ਐਸੈਟਸ ਤੇ ਲਾਇਬਿਲਿਟੀ 'ਚ ਫਰਕ ਹੀ ਨਹੀਂ ਪਤਾ ਹੁੰਦਾ। ਰੁਕੋ, ਕੀ ਤੁਹਾਨੂੰ ਪਤਾ ਹੈ? ਰੋਬਰਟ ਬਹੁਤ ਆਸਾਨ ਸ਼ਬਦਾਂ 'ਚ ਇਹਨੂੰ ਸਮਝਾਉਂਦੇ ਨੇ। ਐਸੈਟਸ ਉਹ ਹੈ ਜੋ ਤੁਹਾਨੂੰ ਪੈਸਾ ਕਮਾਉਣ 'ਚ ਮਦਦ ਕਰੇ ਤੇ ਲਾਇਬਿਲਿਟੀ ਉਹ ਜਿਹੜੀ ਤੁਹਾਡੀ ਜੇਬ 'ਚੋਂ ਪੈਸਾ ਬਾਹਰ ਲੈ ਕੇ ਜਾਵੇ। ਉਦਾਹਰਨ ਲਈ ਚਲੋ ਵੇਖਦੇ ਹਾਂ ਕਿ ਇੱਕ ਨੋਰਮਲ ਬੰਦੇ ਦਾ ਕੈਸ਼ ਫਲੋ ਕਿੱਦਾਂ ਕੰਮ ਕਰਦਾ ਹੈ। ਇੱਕ ਨੋਰਮਲ ਇਨਸਾਨ ਆਪਦੀ ਕਮਾਈ ਕਰਦਾ ਹੈ ਨੌਕਰੀ ਤੋਂ। ਇਹਦੇ ਖਰਚੇ ਹੁੰਦੇ ਹਨ ਜਿੱਦਾਂ ਕਿ ਰੋਟੀ, ਕੱਪੜਾ, ਮਕਾਨ, ਫੈਮਿਲੀ ਨਾਲ ਘੁੰਮਣਾ ਫਿਰਨਾ, ਤੇ ਇਹਦੇ ਕੋਲ ਕੋਈ ਐਸੈਟ ਨਹੀਂ। ਪਰ ਹਾਂ, ਲਾਇਬਿਲਿਟੀਜ਼ ਜ਼ਰੂਰ ਆ, ਜਿੱਦਾਂ ਘਰ ਦਾ ਕਿਰਾਇਆ, ਟੈਕਸਿਸ, ਕਰਜ਼ੇ ਤੇ ਮੰਨੋ ਭਾਵੇਂ ਨਾ ਮੰਨੋ ਉਹਦਾ ਆਪਦਾ ਘਰ ਤੇ ਕਾਰ। ਤੇ ਦੂਜੇ ਪਾਸੇ ਅਮੀਰ ਬੰਦੇ ਦਾ ਕੈਸ਼ ਫਲੋ ਕੁਛ ਇੱਦਾਂ ਕੰਮ ਕਰਦਾ ਹੈ। ਸਿਰਫ ਤਨਖਾਹ ਤੇ ਜਿਉਣ ਦੀ ਜਗ੍ਹਾ ਉਹ ਐਸੈਟਸ ਖਰੀਦਦੇ ਨੇ ਜਿਹੜੇ ਕਿ ਉਹਨਾਂ ਨੂੰ ਹੋਰ ਪੈਸਾ ਕਮਾਉਣ 'ਚ ਹੈਲਪ ਕਰਦਾ ਹੈ, ਜਿਹਨੂੰ ਪੈਸਿਵ ਇਨਕਮ ਵੀ ਕਿਹਾ ਜਾਂਦਾ ਹੈ। ਪੈਸਿਵ ਇਨਕਮ ਉਹ ਪੈਸਾ ਹੈ ਜਿਹਨੂੰ ਕਮਾਉਣ ਲਈ ਤੁਹਾਨੂੰ ਆਪਦਾ ਟਾਈਮ ਨਹੀਂ ਲਾਉਣਾ ਪੈਂਦਾ ਤੇ ਤੁਸੀਂ ਉਹਨੂੰ ਉਦੋਂ ਵੀ ਕਮਾ ਸਕਦੇ ਹੋ ਜਦੋਂ ਤੁਸੀਂ ਸੁੱਤੇ ਪਏ ਹੋ। ਐਸੈਟਸ ਦੀ ਐਗਜ਼ਾਮਪਲ ਨੇ ਬਿਜ਼ਨਸਿਸ, ਸਟੋਕ, ਵੈਬਸਾਈਟ, ਮਿਊਚੁਅਲ ਫੰਡ, ਉਹ ਪ੍ਰੋਪਰਟੀ ਜਿਹੜੀ ਤੁਹਾਨੂੰ ਕਿਰਾਇਆ ਮਿਲ ਰਿਹਾ ਹੈ, ਰਾਇਲਟੀਜ਼ ਐਕਸੈਟਰਾ। ਇੱਦਾਂ ਹੀ ਹੁੰਦਾ ਹੈ ਆਪਣੇ ਨਾਲ। ਆਪਾਂ ਭਾਵੇਂ ਨੌਕਰੀ ਤੋਂ ਜਿੰਨਾ ਮਰਜ਼ੀ ਪੈਸਾ ਕਮਾਉਂਦੇ ਹਾਂ ਪਰ ਹਮੇਸ਼ਾ ਆਪਣੇ ਖਰਚੇ ਵੀ ਓਨੇ ਹੀ ਵੱਧ ਜਾਂਦੇ ਨੇ ਤੇ ਆਪਣੇ ਕੋਲ ਪੈਸਾ ਹੀ ਨਹੀਂ ਰਹਿੰਦਾ ਐਸੈਟਸ ਬਣਾਉਣ ਨੂੰ, ਤੇ ਜਿਹਦਾ ਮਤਲਬ ਨੋ ਪੈਸਿਵ ਇਨਕਮ ਤੇ ਵਕਤ ਨਾਲ ਕਰਜ਼ੇ ਵੱਧਦੇ ਰਹਿੰਦੇ ਆ। ਇਹੀ ਨੁਕਸਾਨ ਹੁੰਦਾ ਜਦੋਂ ਆਪਣੀ ਕਮਾਈ ਆਪਣੇ ਖਰਚਿਆਂ ਦੇ ਬਰਾਬਰ ਹੁੰਦੀ ਹੈ ਤੇ ਐਸੈਟਸ ਲਾਇਬਿਲਿਟੀਜ਼ ਤੋਂ ਘੱਟ ਹੁੰਦੇ ਹਨ। ਤੇ ਇਹੀ ਕਾਰਨ ਸੀ ਕਿ ਉਹਦਾ ਗਰੀਬ ਪਿਓ ਮਰਨ ਤੇ ਕਰਜ਼ਾ ਤੇ ਅਮੀਰ ਪਿਓ ਪੈਸਾ ਛੱਡ ਕੇ ਗਿਆ, ਕਿਉਂਕਿ ਉਹਦਾ ਅਮੀਰ ਪਿਓ ਸਾਰੀ ਉਮਰ ਕਮਾਉਂਦਾ ਰਿਹਾ ਤੇ ਪੈਸੇ ਨੂੰ ਇਨਵੈਸਟ ਕਰਦਾ ਰਿਹਾ ਤੇ ਉਹਦੀ ਕਮਾਈ ਖਰਚਿਆਂ ਤੋਂ ਵੱਧ ਤੇ ਐਸੈਟਸ ਲਾਇਬਿਲਿਟੀ ਤੋਂ ਜ਼ਿਆਦਾ। ਇਹੀ ਕਾਰਨ ਹੈ ਕਿ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦਾ ਜਾਂਦਾ ਹੈ। ਅਮੀਰ ਇਨਸਾਨ ਐਸੈਟਸ 'ਚ ਇਨਵੈਸਟ ਕਰਦਾ ਹੈ ਤੇ ਉਹਨਾਂ ਦੀ ਐਸੈਟਸ ਉਹਨਾਂ ਦੇ ਖਰਚੇ ਪੂਰੇ ਕਰ ਦਿੰਦੀਆਂ ਨੇ ਤੇ ਬਚੇ ਪੈਸੇ ਨਾਲ ਉਹ ਹੋਰ ਐਸੈਟਸ ਬਣਾਉਂਦਾ ਹੈ, ਮਤਲਬ ਹੋਰ ਪੈਸਾ। ਤੀਜਾ ਲੈਸਨ ਕਿ ਆਪਦੇ ਕੰਮ ਨਾਲ ਕੰਮ ਰੱਖੋ। ਰੋਬੋਟ ਲੋਕਾਂ ਨੂੰ ਮੋਟੀਵੇਟ ਕਰਦੇ ਆ ਕਿ ਉਹ ਆਪਦੀਆਂ ਐਸੈਟਸ ਬਣਾਉਣ ਤੇ ਇੱਦਾਂ ਦੇ ਕੰਮ ਕਰਨ ਜਿਨ੍ਹਾਂ ਨਾਲ ਉਹ ਆਪਦੇ ਬੌਸ ਆਪ ਬਣ ਸਕਣ। ਇਸ ਲਈ ਉਹ ਮੈਕਡੋਨਲਡ ਦੀ ਐਗਜ਼ਾਮਪਲ ਵੀ ਲੈਂਦੇ ਹਨ ਤੇ ਉਹ ਕਹਿੰਦੇ ਹਨ ਕਿ ਮੈਕਡੋਨਲਡ ਦੁਨੀਆ ਦੇ ਸਭ ਤੋਂ ਵਧੀਆ ਹੈਮਬਰਗਰ ਤਾਂ ਨਹੀਂ ਬਣਾਉਂਦਾ ਪਰ ਉਹ ਦੁਨੀਆ ਦੀਆਂ ਸਭ ਤੋਂ ਵਧੀਆ ਪ੍ਰੋਪਰਟੀਜ਼ ਜ਼ਰੂਰ ਓਨ ਕਰਦਾ ਹੈ। ਉਹ ਲੋਕਾਂ ਨੂੰ ਐਸੈਟ ਜਿੱਦਾਂ ਕਿ ਰੀਅਲ ਇਸਟੇਟ, ਸਟੋਕ, ਬਿਜ਼ਨਸਿਸ, ਮਿਊਚੁਅਲ ਫੰਡ 'ਚ ਇਨਵੈਸਟ ਕਰਨ ਦੀ ਸਲਾਹ ਦਿੰਦੇ ਹਨ। ਹਰ ਇਨਸਾਨ ਅੰਦਰ ਕਾਬਲੀਅਤ ਹੈ ਪਰ ਇਹ ਡਰ ਤੇ ਖੁਦ ਉੱਤੇ ਭਰੋਸਾ ਨਾ ਕਰਨ ਕਰਕੇ ਆਪਣੇ ਅੰਦਰ ਹੀ ਰੁਕੀ ਰਹਿ ਜਾਂਦੀ ਹੈ। ਜ਼ਿੰਦਗੀ 'ਚ ਹਮੇਸ਼ਾ ਸਮਝਦਾਰ ਤੇ ਪੜ੍ਹਿਆ ਲਿਖਿਆ ਤੇ ਹੁਸ਼ਿਆਰ ਬੰਦਾ ਨਹੀਂ ਜਿੱਤਦਾ, ਪਰ ਉਹ ਜਿੱਤਦਾ ਹੈ ਜੋ ਸਹੀ ਵਕਤ ਤੇ ਸਹੀ ਕਦਮ ਚੁੱਕਣ ਦੀ ਹਿੰਮਤ ਕਰਦਾ ਹੈ। ਬਹੁਤੇ ਲੋਕਾਂ ਕੋਲ ਪੈਸਾ ਹੋਣ ਦੇ ਬਾਅਦ ਵੀ ਉਹ ਫਾਈਨੈਂਸ਼ੀਅਲੀ ਸਕਸੈਸਫੁਲ ਨਹੀਂ ਹੁੰਦੇ ਕਿਉਂਕਿ ਉਹ ਉਸ ਪੈਸੇ ਦੀ ਸਹੀ ਵਰਤੋਂ ਹੀ ਨਹੀਂ ਕਰ ਪਾਉਂਦੇ। ਇਨਸਾਨ ਖੁਦ ਆਪਦੀ ਤਕਦੀਰ ਬਣਾਉਂਦਾ ਹੈ ਤੇ ਇਹੀ ਪੈਸੇ ਦੇ ਮਾਮਲੇ ਵਿੱਚ ਵੀ ਸੱਚ ਹੈ ਕਿ ਇਨਸਾਨ ਹੀ ਪੈਸੇ ਨੂੰ ਬਣਾਉਂਦਾ ਹੈ। ਤੇ ਉਹ ਐਜੂਕੇਸ਼ਨ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਕਹਿੰਦੇ ਆ ਕਿ ਇੱਕ ਤੇਜ਼ ਤੇ ਟ੍ਰੇਨਡ ਮਾਈਂਡ ਹੀ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੈ। ਚੌਥਾ ਲੈਸਨ, ਸਿੱਖਣ ਲਈ ਕੰਮ ਕਰੋ ਨਾ ਕਿ ਪੈਸੇ ਲਈ। ਅਮੀਰ ਲੋਕ ਸਿੱਖਣ ਲਈ ਕੰਮ ਕਰਦੇ ਨੇ ਨਾ ਕਿ ਜੌਬ ਸਿਕਿਉਰਿਟੀ ਲਈ।
ਤੇ ਫਾਈਨੈਂਸ਼ੀਅਲ ਫਰੀडम ਲਈ ਕੁਝ ਸਕਿੱਲਸ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਤੇ ਰੋਬੋਟ ਵੀ ਇਹਨਾਂ ਨੂੰ ਸਿੱਖਣ ਲਈ ਕਹਿੰਦੇ ਹਨ, ਜਿੱਦਾਂ ਫਾਈਨੈਂਸ਼ੀਅਲ ਸਕਿੱਲ, ਪੈਸੇ ਬਾਰੇ ਹੋਰ ਜਾਣੋ, ਅਕਾਊਂਟਿੰਗ, ਐਸੈਟਸ, ਸਟਾਕ ਬਾਰੇ ਸਿੱਖੋ। ਮੈਨੇਜਮੈਂਟ ਸਕਿੱਲਸ, ਲੋਕ, ਪੈਸਾ ਤੇ ਸਿਸਟਮ ਨੂੰ ਕਿੱਦਾਂ ਮੈਨੇਜ ਕੀਤਾ ਜਾ ਸਕਦਾ ਹੈ, ਇਹਦੇ ਬਾਰੇ ਸਿੱਖੋ। ਮਾਰਕੀਟਿੰਗ ਸਕਿੱਲਸ, ਮਾਰਕੀਟ ਕਿੱਦਾਂ ਕੰਮ ਕਰਦੀ ਹੈ, ਕਿੱਦਾਂ ਲੋਕ ਬਾਏ ਐਂਡ ਸੈਲ ਕਰਦੇ ਹਨ। ਤੇ ਸਭ ਤੋਂ ਇੰਪੋਰਟੈਂਟ ਕਮਿਊਨੀਕੇਸ਼ਨ ਸਕਿੱਲਸ। ਔਥਰ ਕਹਿੰਦੇ ਨੇ ਕਿ ਬਹੁਤ ਲੋਕਾਂ ਕੋਲ ਬਹੁਤ ਸਾਰਾ ਗਿਆਨ ਹੈ, ਉਹ ਆਪਦੇ ਸਬਜੈਕਟ ਦੇ ਅਰਜੁਨ ਨੇ, ਬਸ ਉਹਨਾਂ ਨੂੰ ਲੋਕਾਂ ਨਾਲ ਸਾਂਝਾ ਕਰਨਾ ਨਹੀਂ ਆਉਂਦਾ, ਉਹ ਲੋਕਾਂ ਨਾਲ ਆਪਦਾ ਗਿਆਨ ਸਾਂਝਾ ਨਹੀਂ ਕਰ ਪਾ ਰਹੇ। ਤੇ ਸੱਚ ਮੰਨਿਓ ਕਿ ਉਹ ਅਮੀਰ ਤੋਂ ਸਿਰਫ ਇੱਕ ਕਦਮ, ਇੱਕ ਸਕਿੱਲ ਦੀ ਦੂਰੀ 'ਤੇ ਨੇ। ਪੰਜਵਾਂ ਲੈਸਨ ਹੈ ਕਿ ਸਭ ਤੋਂ ਪਹਿਲਾਂ ਖੁਦ ਨੂੰ ਪੇ ਕਰੋ। ਅਕਸਰ ਆਪਾਂ ਸਾਰੀ ਜ਼ਿੰਦਗੀ ਕਮਾਉਂਦੇ ਹਾਂ ਤੇ ਸਾਰੇ ਪੈਸੇ ਟੈਕਸਿਸ ਤੇ ਖਰਚਿਆਂ ਵਿੱਚ ਹੀ ਲਾ ਦਿੰਦੇ ਹਾਂ ਤੇ ਆਪਣੇ ਕੋਲ ਆਪਦੇ ਲਈ ਕੁਛ ਨਹੀਂ ਬਚਦਾ। ਰੋਬੋਟ ਸਮਝਾਉਂਦੇ ਨੇ ਕਿ ਕਿਸੇ ਹੋਰ ਨੂੰ ਦੇਣ ਤੋਂ ਪਹਿਲਾਂ ਖੁਦ ਨੂੰ ਪੇ ਜ਼ਰੂਰ ਕਰੋ। ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿੰਨਾ ਕਮਾ ਰਹੇ ਹੋ, ਪਰ ਖੁਦ ਨੂੰ ਪੇ ਜ਼ਰੂਰ ਕਰੋ। ਛੇਵਾਂ ਲੈਸਨ ਹੈ ਕਿ ਔਂਕੜਾਂ ਤੋਂ ਉਭਰਨਾ ਸਿੱਖੋ। ਅਮੀਰ ਤੇ ਗਰੀਬ ਵਿੱਚ ਸਭ ਤੋਂ ਵੱਡਾ ਫਾਸਲਾ ਪਤਾ ਕੀ ਹੈ ਕਿ ਉਹ ਆਪਦੇ ਡਰ 'ਤੇ ਕਾਬੂ ਕਿੱਦਾਂ ਪਾਉਂਦੇ ਆ। ਤੁਹਾਡੇ ਕੋਲ ਦੁਨੀਆ ਦਾ ਸਾਰਾ ਗਿਆਨ ਹੈ, ਪਰ ਫਿਰ ਵੀ ਤੁਸੀਂ ਪਿੱਛੇ ਕਿਉਂ ਹੋ? ਕੌਣ ਤੁਹਾਨੂੰ ਰੋਕ ਰਿਹਾ ਹੈ? ਕੁਝ ਰੁਕਾਵਟਾਂ ਜੋ ਤੁਹਾਨੂੰ ਅਮੀਰ ਬਣਨ ਤੋਂ ਰੋਕ ਰਹੀਆਂ ਨੇ, ਜਿੱਦਾਂ ਡਰ ਲੱਗਦਾ ਹੈ ਕਿ ਜੇ ਮੈਂ ਨੌਕਰੀ ਛੱਡ ਦਿੱਤੀ ਤਾਂ ਕੀ ਹੋਵੇਗਾ। ਖੁਦ 'ਤੇ ਭਰੋਸਾ ਨਾ ਹੋਣਾ, ਸੈਲਫ ਡਾਊਟ। ਅਕਸਰ ਆਪਾਂ ਨੂੰ ਖੁਦ 'ਤੇ ਹੀ ਭਰੋਸਾ ਨਹੀਂ ਹੁੰਦਾ ਕਿ ਮੈਂ ਇਹ ਚੀਜ਼ ਕਰ ਵੀ ਪਾਵਾਂਗਾ ਕਿ ਨਹੀਂ। ਆਲਸ, ਟਾਲਦੇ ਰਹਿੰਦੇ ਹਾਂ ਕਿ ਅੱਜ ਨਹੀਂ ਕੱਲ੍ਹ ਕਰਾਂਗਾ, ਕੱਲ੍ਹ ਨਹੀਂ ਪਰਸੋਂ, ਅਤੇ ਉਹ ਕੱਲ੍ਹ ਕਦੇ ਨਹੀਂ ਆਉਂਦਾ। ਮਾੜੀਆਂ ਆਦਤਾਂ, ਜਿੱਦਾਂ ਕਿ ਸ਼ਰਾਬ ਪੀਣਾ, ਜ਼ਿਆਦਾ TV ਵੇਖਣਾ, ਜ਼ਿਆਦਾ PUBG ਖੇਡਣਾ। ਅਤੇ ਪੰਜਵੀਂ ਰੁਕਾਵਟ ਘਮੰਡ। ਬਹੁਤੀ ਵਾਰੀ ਆਪਾਂ ਆਪਦੇ ਘਮੰਡ ਕਰਕੇ ਕਿਸੇ ਦੀ ਸਲਾਹ ਨਹੀਂ ਲੈਂਦੇ ਜਾਂ ਬਹੁਤ ਕੰਮ ਨਹੀਂ ਕਰਦੇ ਜੋ ਆਪਾਂ ਨੂੰ ਸਕਸੈਸਫੁਲ ਬਣਾ ਸਕਦੇ ਸੀ। ਤਾਂ ਦੋਸਤੋ, ਇਹ ਸੀ ਕੁਛ ਲੈਸਨ ਜੋ ਆਪਾਂ ਰੋਬਰਟ ਕਿਯੋਸਾਕੀ ਦੀ ਕਿਤਾਬ ਰਿਚ ਡੈਡ ਪੂਅਰ ਡੈਡ 'ਚੋਂ ਸਿੱਖ ਸਕਦੇ ਹਾਂ। ਜੇਕਰ ਇਸ ਵੀਡੀਓ ਵਿੱਚੋਂ ਇੱਕ ਵੀ ਗੱਲ ਚੰਗੀ ਲੱਗੀ ਹੋਵੇ ਤਾਂ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਆਪਦੇ ਵਿਚਾਰਾਂ ਨੂੰ ਕਮੈਂਟ ਬਾਕਸ ਵਿੱਚ ਲਿਖੋ ਅਤੇ ਫਾਈਨਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵੀਡੀਓ ਵੇਖਣ ਲਈ ਤਹਿ ਦਿਲੋਂ ਸ਼ੁਕਰੀਆ ਅਤੇ ਮਿਲਦੇ ਹਾਂ ਜਲਦੀ ਇੱਕ ਨਵੀਂ ਕਿਤਾਬ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।